26 जनवरी ਨੂੰ ਜੋ ਕੇਂਦਰ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਇੱਕ ષਡਯੰਤਰ ਰਚਿਆ ਗਿਆ। ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਇਹਨਾਂ ਨੇ ਘਿਨੌਣੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸਾਰੀਆਂ ਸਾਜ਼ਿਸ਼ਾਂ ਨੂੰ ਕਿਸਾਨ ਆਗੂਆਂ ਵੱਲੋਂ ਫੇਲ ਕੀਤਾ ਗਿਆ। ਜਿਵੇਂ ਕਿ ਮੇਰੇ ਵੱਲੋਂ ਫੜ ਕੇ ਕਈ ਬੰਦੇ ਜਿਹੜੇ ਸੀ ਉਹ ਥਾਣਿਆਂ 'ਚ ਬੰਦ ਕਰਾਏ ਗਏ ਸ਼ਰਾਰਤੀ ਅਨਸਰ। 6 ਮਾਰਚ ਨੂੰ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਤੇ ਕੁੰਭਕਰਨੀ ਨੀਂਦ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਲਈ 11 ਵਜੇ ਤੋਂ 6 ਮਾਰਚ ਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 5 ਘੰਟੇ KMP ਰੋਡ ਜੋ ਕਿ ਦਿੱਲੀ ਦੇ 4 ਚੁਫੇਰੇ, ਇਹਨੂੰ ਅਸੀਂ ਜਿਹੜਾ ਉਹ ਬਾਈਪਾਸ ਵੀ ਕਹਿ ਲੈਂਦੇ, ਜਿਹੜਾ ਕਿ 400 ਕਿਲੋਮੀਟਰ ਤੋਂ ਵੱਧ ਲੰਬਾਈ ਵਿੱਚ ਹੈ, ਇਹ 'ਤੇ ਜਾਮ ਲਾਉਣ ਵਾਸਤੇ ਜਿਹੜਾ ਉਹ ਕਾਲ ਦਿੱਤੀ ਗਈ। ਅਸਲ ਕਾਤਲ ਨਵਰੀਤ ਦਾ ਅਮਿਤ ਸ਼ਾਹ ਤੇ ਮੋਦੀ ਹੈ, ਜਿਨ੍ਹਾਂ ਨੇ ਇਹ ਖੇਤੀ ਵਿਰੋਧੀ ਕਾਨੂੰਨ ਬਣਾਏ, ਜਿਨ੍ਹਾਂ ਦੀ ਸ਼ਹਿ ਤੇ ਇਹ ਸਾਰਾ ਕੁਝ ਪੁਲਿਸ ਵੱਲੋਂ ਕੀਤਾ ਗਿਆ। 150 ਦੇ ਕਰੀਬ ਰਾਤ ਨੂੰ ਨੌਜਵਾਨ ਉੱਥੇ ਆਪਣੀ ਡਿਊਟੀ ਦੇ ਰਹੇ ਸਨ ਔਰ ਉਹਨਾਂ ਨੌਜਵਾਨਾਂ ਨੂੰ ਮਿਲ ਕੇ ਮੈਨੂੰ ਇੰਨੀ ਕੁ ਖੁਸ਼ੀ ਹੋਈ ਕਿ ਮੈਂ ਦੱਸ ਨਹੀਂ ਸਕਦਾ। ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਕਿਸੇ ਵੀ ਕਿਸਮ ਦੀ ਤੁਹਾਡੇ ਸ਼ਾਨ ਦੇ ਖਿਲਾਫ ਕੋਈ ਸ਼ਬਦਾਂ ਦੀ ਵਰਤੋਂ ਕਰਦਾ ਤੇ ਮੈਂ ਜ਼ਿੰਮੇਵਾਰ ਹਾਂ, ਤੁਹਾਡੇ ਨਾਲ ਖਲੋਵਾਂਗਾ। ਜੇ ਕਿਤੇ ਸਾਡੇ ਕੋਲੋਂ ਕੋਈ ਕੋਤਾਹੀਆਂ ਹੋ ਰਹੀਆਂ ਨੇ, ਨਾ ਸਾਡਾ ਵੀ ਉਹ ਜਿੰਨੀ ਅਸੀਂ ਗਲਤੀ ਕਰਾਂਗੇ ਨਾ ਉਸੇ ਹਿਸਾਬ ਦੇ ਵਿੱਚ ਉਹ ਲੈਣਾ ਸਾਡੇ ਖਿਲਾਫ ਵੀ ਲਿਖੀਆਂ ਜਾਣੀਆਂ ਨੇ। ਸਾਡੇ ਕੋਲੋਂ ਹੋ ਸਕਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਦਿਆਂ ਕੋਈ ਐਸਾ ਸ਼ਬਦ ਮੂੰਹੋਂ ਨਿਕਲ ਜਾਵੇ ਜਿਹਦੇ ਨਾਲ ਤੁਹਾਡੇ ਮਨ ਤੇ ਕਿਸੇ ਤੇ ਠੇਸ ਲੱਗੇ, ਕਿਉਂਕਿ ਤੁਸੀਂ ਨੌਜਵਾਨ ਸਾਡਾ ਭਵਿੱਖ ਜੇ ਤੇ ਸਾਨੂੰ ਨੌਜਵਾਨਾਂ ਨੂੰ ਅਸੀਂ ਆਪਣੇ ਬੱਚੇ ਮੰਨਦੇ ਹੋਏ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੇ ਜਿਹੜਾ ਉਹ ਖਿਲਾਫ ਕੋਈ ਸਟੇਜ ਤੋਂ ਬੋਲਿਆ ਵੀ ਜਾਵੇ, ਉਹਨੂੰ ਨਹੀਂ ਵੇਖਣਾ। BJP ਜਾਂ ਉਹਦੇ ਚੇਲੇ ਚੱਪੇ, ਉਹਦੇ ਤਲੇ ਚੱਟ ਹਰਜੀਤ ਸਿੰਘ ਗਰੇਵਾਲ ਵਰਗੇ ਜਾਂ ਜਿਆਨੀ ਵਰਗੇ ਜਾਂ ਹੋਰ ਲੋਕ ਜਿਹੜੇ ਨਰਿੰਦਰ ਸਿੰਘ ਤੋਮਰ ਵਰਗੇ ਜਾਂ ਹੋਰ ਜਿੰਨੇ ਵੀ ਲੋਕ ਉਹਨਾਂ ਦੇ ਅੱਜ BJP ਦੀ ਗੁਣਗਾਨ ਗਾ ਰਹੇ ਨੇ, ਇਹ ਲੋਕਾਂ ਦਾ ਵੀ ਨਾਂ ਇਤਿਹਾਸ 'ਚ ਆਉਣਾ ਹੈ। ਜਿਵੇਂ ਕਿ ਗੰਗੂ ਦਾ ਨਾਂ ਵੀ ਇਤਿਹਾਸ 'ਚ ਆਉਂਦਾ ਹੈ ਤੇ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਨੇ ਮਾਇਆ ਦੇ ਕੇ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦਾ ਜਿਹੜਾ ਸੀ ਉਹ ਸੰਸਕਾਰ ਕੀਤਾ, ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ, ਇਤਿਹਾਸ ਵਿੱਚ ਨਾਂ ਉਹਨਾਂ ਦਾ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਦਿੱਲੀ ਤਖਤ ਤੇ ਬੈਠੇ ਔਰੰਗਜ਼ੇਬ ਦੀ ਰੂਹ ਵਾਲੇ ਮੋਦੀ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਬਣਾਏ ਗਏ। ਉਹਨਾਂ ਨੂੰ ਤਿੰਨਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ MSP ਪੂਰੇ ਭਾਰਤ 'ਚ ਲਾਗੂ ਕਾਨੂੰਨੀ ਤੌਰ ਤੇ ਕਰਾਉਣ ਵਾਸਤੇ, ਜੋ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਹੋਇਆ ਸੰਘਰਸ਼ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਜੋਬਨ 'ਤੇ ਹੈ ਅਤੇ ਦਿੱਲੀ ਦੇ ਬਾਰਡਰਾਂ ਦੇ 4 ਚੁਫੇਰੇ ਬੈਠੇ ਹੋ, ਜਿਵੇਂ ਕਿ ਸਿੰਘੂ ਬਾਰਡਰ, ਗਾਜੀਪੁਰ ਬਾਰਡਰ, ਟਿਕਰੀ ਬਾਰਡਰ ਆਦਿ 'ਤੇ ਬੈਠੇ ਕਿਸਾਨਾਂ ਵੱਲੋਂ ਲਗਾਤਾਰ ਇਸ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਬਹੁਤ ਵਧੀਆ ਢੰਗ ਨਾਲ ਵਿਉਂਤਬੰਦੀਆਂ ਕਰਕੇ ਜਿਹੜਾ ਉਸ ਨੂੰ ਤੇਜ਼ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਿਉਂਕਿ ਤੁਹਾਨੂੰ ਪਤਾ ਹੈ 26 ਜਨਵਰੀ ਨੂੰ ਜੋ ਕੇਂਦਰ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਇੱਕ ષਡਯੰਤਰ ਰਚਿਆ ਗਿਆ। ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਇਹਨਾਂ ਨੇ ਘਿਨੌਣੀਆਂ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਸਾਰੀਆਂ ਸਾਜ਼ਿਸ਼ਾਂ ਨੂੰ ਕਿਸਾਨ ਆਗੂਆਂ ਵੱਲੋਂ ਫੇਲ ਕੀਤਾ ਗਿਆ। ਜਿਵੇਂ ਕਿ ਮੇਰੇ ਵੱਲੋਂ ਫੜ ਕੇ ਕਈ ਬੰਦੇ ਜਿਹੜੇ ਸੀ ਉਹ ਥਾਣਿਆਂ 'ਚ ਬੰਦ ਕਰਾਏ ਗਏ ਸ਼ਰਾਰਤੀ ਅਨਸਰ, ਤੇ ਹੋਰ ਵੀ ਬਹੁਤ ਕੁਝ ਇਹਨਾਂ ਦੇ ਮਨਸੂਬੇ ਜਿਹੜੇ ਸੀ ਉਹਨਾਂ ਨੂੰ ਫੇਲ ਕਰਨ ਲਈ ਕੀਤਾ ਗਿਆ। ਲੇਕਿਨ ਹੁਣ 6 ਮਾਰਚ ਨੂੰ ਇਸ ਸੰਘਰਸ਼ ਨੂੰ ਤੇਜ਼ ਕਰਨ ਲਈ ਤੇ ਕੁੰਭਕਰਨੀ ਨੀਂਦ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਉਣ ਲਈ 11 ਵਜੇ ਤੋਂ 6 ਮਾਰਚ ਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ 5 ਘੰਟੇ KMP ਰੋਡ
जो कि दिल्ली के 4 चपेरे इनू असी जड़ा वो बाईपास भी कह लें, जड़ा कि 400 किलोमीटर तो वध लंबाई विच है। इत्ते जाम लाउण वास्ते जड़ा वो काल दिती गई है और इस नूं कामयाब करन लई मैं समुचे नौजवानों नूं अपील करदा कि नौजवानों आओ गज वज के इस संघर्ष नूं होर तेज करन वास्ते अते केंद्र सरकार नूं ये दस्सण वास्ते कि जिहड़ा खास करके पंजाब दा नौजवान ते हरियाणे दा जिहड़ा रल के बहुत कुछ कर रहा है, इस संघर्ष नूं जिवें इन्हां ने 26 नवंबर नूं लगे हुए बैरीकेटां नूं तोड़ के इत्थे दिल्ली दे 4 चपेरे आके धरने गड्ढ दिते सन अते 26 जनवरी तो बाद कई तरह दीयां घटनावां वापरन दे कारण जिहड़ा सी वो नौजवानों दे विच कुछ थोड़ी जिहा इस चीज़ नूं वेखण नूं ये मिलिया कि नौजवान जिहड़ा वो पिछे हट रहा। लेकिन मैं ये कहना चाहांगा कि ये सिर्फ खबरां ही सन, जदों कि नौजवान जिहड़ा है वो पूरे जोशो खरोश दे नाल अज भी संयुक्त मोर्चे दे नाल खलोता है। जिस करके मैं नौजवानों नूं खास करके अपील कर रहा कि वो 6 मार्च दे इस KMP रोड नूं रोकण वास्ते वध तो वध हिस्सा पाउण अते कई तरह के भरम भुलेखे पाए जा रहे हैं कि नौजवानों दे जेकर किसी किस्म के कोई उन्हां दे खिलाफ कोई कार्रवाई होंदी आ ते जिहड़े किसान ने कि उन्हां दे पिछे खलोणगे। ये मेरे ते मैं तुहानूं दसना चाहुंदा कि 26 फरवरी नूं मैं अमृतसर तो दिल्ली नूं आ रहा सी, किसी काम करके मैनूं अमृतसर जाना पिया ते वापसी विच शंभू बैरीयर ते रात नूं मैं करीब 9 बजे उत्थे पहुंचा ते शंभू बैरीयर ते चल रहे लंगर ते जदों मैं नौजवानों नूं मिलिया 150 के करीब रात नूं नौजवान उत्थे अपनी ड्यूटी दे रहे सन और उन्हां नौजवानों नूं मिल के मैनूं इन्नी क खुशी हुई कि मैं दस नहीं सकदा। उन्हां नौजवानों के हौसले बहुत बुलंद सन, पर एक उन्हां नौजवानों ने मेरे ते इतराज सवालिया रूप दे विच इतराज भी किया। वो कहण लगे जी असी जदों नौजवान तुहाडे नाल आ ते तुहाडे उत्तों स्टेज दे उत्तों कुछ गल्लां नौजवानों के खिलाफ जदों आउंदियां ने ते सानूं इस चीज़ का बहुत जिहड़ा वो इतराज हुंदा साडे मन ते ठेस लगदी आ। ते उन्हां ने मैनूं पुछया भई की जेकर नौजवानों के उत्ते कोई किसी किस्म का सरकार वालों कोई जुल्म ढाया जाता जां सानूं फड़ के थाणे च बंद किया जाता, साडे ते केस पाए जाते आ, ते की तुसीं साडी जिहड़ी आ पैरवाई करोगे। मैं कहा भी नौजवानों तुसीं एक गल दसो भी असीं पिछे नहीं कर रहे, असीं नौजवानों तुहाडे नाल आ। उन्हां दे विच वो नौजवान सन जिन्हां ने 26 नवंबर नूं गुरनाम सिंह चढ़ूनी जी दे नाल रल के जिहड़े सी वो बैरीकेड तोड़न दे विच बहुत वड्डा योगदान पाया सी। सो उन्हां ने सारे अपने हालात दे विच पिछले कीते कामां तो मैनूं जाणू भी करवाया अते उन्हां दा यही मन दे विच सवाल सी। इस तरह साडी अजनाले दे विच 24 तरीक रात नूं मीटिंग चल रही सी। उस मीटिंग दे विच भी नौजवानों ने सवाल किए कि तुहाडे उतों जिहड़ी ਸਿੰਘੂ बैरीयर दे ते उत्थे जिहड़ी स्टेज चलदी आ उन्हां स्टेजां दे तो कई तरह के जिहड़े ने उत्थों लैक्चर दिते जांदे ने जिन्हां दे नाल साडे जिहड़े नौजवान ने उन्हां दे मापे जिहड़े ने वो साडे ते सकंजा कसदे आ, वो साडे ते इतराज़ करदे आ कि तुहानूं ते उत्थे कोई सद्दिया नहीं गया, बुलाया नहीं जाता, उत्थे तुहाडी पैरवाई करन नूं कोई तैयार नहीं ते तुसीं उत्थे क्यों जांदे हो। ते मैं उन्हां नूं भी उदण भी विश्वास दिवाया ते अज फिर विश्वास दिवाउणा कि नौजवानों ये संघर्ष तुहाडा है। ये ठीक है कि 40 किसान संगठन ने पहला पंजाब च इकट्ठे होके इस संघर्ष नूं शुरू किया, उस तो बाद जिहड़ा फिर संयुक्त मोर्चा बन गया उहदे वल्लों ये संघर्ष चल रहा है। पर ये जिथे असी संघर्ष चला रहे हैं ये सारा भार
ਤੁਹਾਡੇ ਮੋਢਿਆਂ ਤੇ ਹੈ, ਕਿਉਂਕਿ ਸਾਡਾ ਆਉਣ ਵਾਲਾ ਭਵਿੱਖ ਤੁਸੀਂ ਹੋ। ਸਾਡੇ ਕੋਲੋਂ ਹੋ ਸਕਦਾ ਹੈ ਕਿ ਤੁਹਾਡੇ ਨਾਲ ਗੱਲਬਾਤ ਕਰਦਿਆਂ ਕੋਈ ਐਸਾ ਸ਼ਬਦ ਮੂੰਹੋਂ ਨਿਕਲ ਜਾਵੇ ਜਿਹਦੇ ਨਾਲ ਤੁਹਾਡੇ ਮਨ ਤੇ ਕਿਸੇ ਤੇ ਠੇਸ ਲੱਗੇ, ਕਿਉਂਕਿ ਤੁਸੀਂ ਨੌਜਵਾਨ ਸਾਡਾ ਭਵਿੱਖ ਜੇ, ਤੇ ਸਾਨੂੰ ਨੌਜਵਾਨਾਂ ਨੂੰ ਅਸੀਂ ਆਪਣੇ ਬੱਚੇ ਮੰਨਦੇ ਹੋਏ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੇ ਜਿਹੜਾ ਉਹ ਖਿਲਾਫ ਕੋਈ ਸਟੇਜ ਤੋਂ ਬੋਲਿਆ ਵੀ ਜਾਵੇ, ਉਹਨੂੰ ਨਹੀਂ ਵੇਖਣਾ। ਨੌਜਵਾਨੋਂ ਮੈਂ ਇੱਕੋ ਬੇਨਤੀ ਕਰਾਂਗਾ ਕਿ ਤੁਸੀਂ ਇਹ ਗੱਲ ਤਾਂ ਮੰਨੋਗੇ ਕਿ ਇਹ ਸੰਘਰਸ਼ ਸ਼ੁਰੂ ਕਿਵੇਂ ਕੀਤਾ ਗਿਆ, ਕਿਸ ਤਰ੍ਹਾਂ ਪੰਜਾਬ ਦੀਆਂ ਪਹਿਲਾਂ 32 ਜਥੇਬੰਦੀਆਂ ਇਕੱਠੀਆਂ ਹੋਈਆਂ, ਉਸ ਤੋਂ ਬਾਅਦ ਸੰਯੁਕਤ ਮੋਰਚਾ ਬਣਿਆ। ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲੋਂ ਜਿਹੜੇ ਅਸੀਂ ਕਿਸਾਨ ਸੰਗਠਨ ਆ, ਕਿਸੇ ਨਾ ਕਿਸੇ ਮੌਕੇ ਕਿਸੇ ਕਿਸਾਨ ਲੀਡਰ ਕੋਲੋਂ ਕੋਈ ਗਰਮ ਉਸ 'ਤੇ ਬਿਨਾਂ ਸੋਚਣ ਤੋਂ ਜਾਂ ਸਮਝਣ ਤੋਂ ਜਜ਼ਬਾਤ 'ਚ ਆ ਕੇ ਕੋਈ ਗੱਲ ਨਿਕਲ ਗਈ ਆ, ਯਾਰ ਉਹਨੂੰ ਨਾ ਤੁਸੀਂ ਧਿਆਨ 'ਚ ਲਾਓ, ਉਹਨੂੰ ਤੁਸੀਂ ਭੁੱਲ ਜਾਓ। ਇੱਕ ਵਾਰ ਸਿਰਫ ਇਹ ਸੰਘਰਸ਼ ਜਿਹੜਾ ਜਿਹਨੂੰ ਲੜ ਰਹੇ ਹੋ, ਇਹ ਤਿੰਨੇ ਜਿਹੜੇ ਖੇਤੀ ਵਿਰੋਧੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਉਣ ਲਈ ਅਤੇ MSP ਕਾਨੂੰਨ ਦੇ ਤਹਿਤ ਪੂਰੇ ਭਾਰਤ 'ਚ ਲਾਗੂ ਕਰਾਉਣ ਲਈ, ਤੇ ਇਸ ਤੋਂ ਅੱਗੇ ਹੋਰ ਵੀ ਮੰਗਾਂ ਨੇ। ਪਰ ਇਹ ਮੰਗਾਂ ਮਨਾਉਣ ਤੋਂ ਬਾਅਦ ਅਸੀਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਉਹ ਵੀ ਲਾਗੂ ਕਰਾਉਣੀ ਆ, ਹੋਰ ਬਹੁਤ ਸਾਰੇ ਮਸਲੇ ਨੇ। ਪਰ ਮੈਂ ਬੇਨਤੀ ਕਰਾਂਗਾ ਕਿ ਜੇ ਤੁਸੀਂ ਆਹ ਸੰਘਰਸ਼ ਜਿੱਤ ਲੈਂਦੇ ਹੋ ਤਾਂ ਫਿਰ ਤੁਹਾਡੇ ਵਾਸਤੇ ਅੱਗੇ ਰਸਤਾ ਖੁੱਲ੍ਹ ਜਾਏਗਾ। ਇੱਕ ਗੱਲ ਤੇ ਯਾਰ ਜ਼ਰੂਰ ਮੰਨਣੀ ਪੈਗੀ ਤੁਹਾਨੂੰ, ਭਈ ਇਹ ਸੰਘਰਸ਼ ਸ਼ੁਰੂ ਕਰਨ ਦਾ ਸਬੱਬ ਤਾਂ ਬਣਿਆ, ਠੀਕ ਹੈ ਸਾਡੇ ਕੋਲੋਂ ਗਲਤੀਆਂ ਹੋਈਆਂ ਹੋਣਗੀਆਂ, ਪਰ ਉਹਨਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮੈਂ ਸਾਰਿਆਂ ਨੂੰ, ਆਪਣੇ ਆਪ ਨੂੰ ਵੀ ਕਹਾਂਗਾ, ਸਾਡੇ ਲੀਡਰਾਂ ਨੂੰ ਵੀ ਕਹਾਂਗਾ ਕਿ ਸਟੇਜ ਤੋਂ ਬੋਲਣ ਲੱਗੇ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਲਫ਼ਜ਼ ਅਸੀਂ ਸਟੇਜ ਤੋਂ ਬੋਲ ਰਹੇ ਹਾਂ, ਇਹ ਲਫ਼ਜ਼ ਸਾਡੇ ਕਿਸੇ ਹਮਦਰਦ ਦੇ ਮਨ ਦੇ ਉੱਤੇ ਠੇਸ ਨਾ ਲਾਉਣ, ਉਹਨਾਂ ਦੇ ਦਿਲ ਨਾ ਦਿਖਾਉਣ। ਇਸ ਕਰਕੇ ਸਾਨੂੰ ਬੋਲਣ ਲੱਗਿਆ ਵੀ ਸਟੇਜ ਤੋਂ ਧਿਆਨ ਨਾਲ ਬੋਲਣਾ ਚਾਹੀਦਾ। ਪਰ ਨੌਜਵਾਨੋ, ਇੱਕ ਗੱਲ ਤਾਂ ਮੰਨੋਗੇ ਨਾ ਕਿ ਇਹ ਸਬੱਬ ਤਾਂ ਬਣਾਇਆ ਯਾਰ ਅਸੀਂ। ਇਹ ਵੱਖਰੀ ਗੱਲ ਹੈ ਕਿ ਇਸ ਸੰਘਰਸ਼ ਨੂੰ ਇਹ ਅਸੀਂ ਬਣਾਉਣ ਦਾ ਜਿਹੜਾ ਕੁਝ ਭਰਮ ਵੀ ਪਾਲ ਰਿਹਾ ਇਹ ਸਭ ਕੁਝ ਅਸੀਂ ਕਰ ਰਹੇ ਹਾਂ, ਪਰ ਮੈਂ ਇਹ ਕਹਾਂਗਾ ਕਿ ਇਹ ਸਭ ਕੁਝ ਅਸੀਂ ਨਹੀਂ ਕਰ ਰਹੇ, ਇਹ ਤਾਂ ਉਹ ਅਕਾਲ ਪੁਰਖ ਹੀ ਕਰਵਾ ਰਿਹਾ। ਪੂਰਾ ਭਾਰਤ ਅੱਜ ਇਸ ਸੰਘਰਸ਼ ਦੇ ਵਿੱਚ ਆਪੋ ਆਪਣਾ ਯੋਗਦਾਨ ਪਾ ਰਿਹਾ, ਔਰ ਇਸ ਤੋਂ ਅੱਗੇ ਜਾ ਕੇ ਅੱਜ ਪੂਰੇ ਸੰਸਾਰ ਦੀ ਨਿਗਾਹ ਜਿਹੜੀ ਆ ਉਸ ਇਸ ਸੰਘਰਸ਼ ਦੇ ਉੱਤੇ ਲੱਗੀ ਹੋਈ ਆ। ਮੇਰੀ ਹੁਣੇ ਹੀ ਗੱਲਬਾਤ ਚੱਲ ਰਹੀ ਸੀ ਕਿਸੇ ਚੈਨਲ ਦੇ ਉੱਤੇ, ਤਾਂ ਉੱਥੇ ਜਿਹੜੇ ਕਾਲਰ ਸਨ ਉਹਨਾਂ ਵੀਰਾਂ ਨੇ ਇਸ ਚੀਜ਼ ਦੇ ਉੱਤੇ ਸਾਨੂੰ ਮੇਰੇ ਨਾਲ ਗੱਲ ਕਰਦਿਆਂ ਕਿਹਾ ਕਿ ਤੁਸੀਂ ਤਗੜੇ ਹੋਵੋ, ਇਹ ਸੰਘਰਸ਼ ਜਿੱਤਣਾ ਹੈ ਤੇ ਅਸੀਂ ਜਿੱਤ ਕੇ ਘਰਾਂ ਨੂੰ ਜਾਣਾ, ਅਸੀਂ ਤੁਹਾਡੇ ਨਾਲ ਹਾਂ। ਪੂਰੇ ਸੰਸਾਰ ਦੇ ਲੋਕ ਜਿਹੜੇ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ ਉਹ ਤੁਹਾਡੇ ਨਾਲ ਨੇ। ਸੋ ਨੌਜਵਾਨੋ, ਮੈਂ ਤੁਹਾਨੂੰ ਅਪੀਲ ਕਰਦਾ ਕਿ ਤੁਸੀਂ ਜਲਦੀ ਤੋਂ ਜਲਦੀ ਆਪਣੇ ਗੁੱਸੇ ਗਿਲੇ ਦੂਰ ਕਰਕੇ ਆਓ। ਜੇ ਕਿਸੇ ਵੀ ਕਿਸਮ ਦੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਕਿਸੇ ਵੀ ਕਿਸਮ ਦੀ ਤੁਹਾਡੇ ਸ਼ਾਨ ਦੇ ਖਿਲਾਫ ਕੋਈ ਸ਼ਬਦਾਂ ਦੀ ਵਰਤੋਂ ਕਰਦਾ ਤੇ ਮੈਂ ਜ਼ਿੰਮੇਵਾਰ ਹਾਂ, ਤੁਹਾਡੇ ਨਾਲ ਖਲੋਵਾਂਗਾ। ਤਗੜੇ ਹੋਵੋ, ਆਓ ਆਪਾਂ ਇਹ ਸੰਘਰਸ਼ ਜਿੱਤਣਾ। ਜੇਕਰ ਅਸੀਂ ਇਹ ਸੰਘਰਸ਼ ਜਿੱਤ ਨਾ ਸਕੇ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਇਹ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਇਹ ਬੜਾ ਵੱਡਾ ਇੱਕ ਇਤਿਹਾਸ ਬਣ ਰਿਹਾ। ਇਸ ਇਤਿਹਾਸ ਦੇ ਵਿੱਚ ਜੋ ਜੋ ਕੋਈ ਕੰਮ ਕਰ ਰਿਹਾ ਉਹਦਾ ਨਾਂ ਲਿਖਿਆ ਜਾਣਾ ਹੈ। ਇਹ ਵੱਖਰੀ ਗੱਲ ਹੈ ਕਿ BJP ਜਾਂ ਉਹਦੇ ਚੇਲੇ ਚੱਪਟੇ, ਉਹਦੇ ਤਲੇ ਚੱਟ ਹਰਜੀਤ ਸਿੰਘ ਗਰੇਵਾਲ ਵਰਗੇ ਜਾਂ ਜਿਆਨੀ ਵਰਗੇ ਜਾਂ ਹੋਰ ਲੋਕ ਜਿਹੜੇ ਨਰਿੰਦਰ ਸਿੰਘ ਤੋਮਰ ਵਰਗੇ ਜਾਂ ਹੋਰ ਜਿੰਨੇ ਵੀ ਲੋਕ ਉਹਨਾਂ ਦੇ ਅੱਜ BJP ਦੀ ਗੁਣਗਾਨ ਗਾ ਰਹੇ ਨੇ, ਇਹ ਲੋਕਾਂ ਦਾ ਵੀ ਨਾਂ ਇਤਿਹਾਸ 'ਚ ਆਉਣਾ ਹੈ। ਜਿਵੇਂ ਕਿ ਗੰਗੂ ਦਾ
ਨਾ ਵੀ ਇਤਿਹਾਸ 'ਚ ਆਉਂਦਾ ਹੈ, ਤੇ ਦੂਸਰੇ ਪਾਸੇ ਜਿਨ੍ਹਾਂ ਲੋਕਾਂ ਨੇ ਮਾਇਆ ਦੇ ਕੇ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦਾ ਜਿਹੜਾ ਸੀ ਉਹ ਸੰਸਕਾਰ ਕੀਤਾ, ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ, ਇਤਿਹਾਸ ਵਿੱਚ ਨਾ ਉਹਨਾਂ ਦਾ ਵੀ, ਇਤਿਹਾਸ ਵਿੱਚ ਨਾ ਜਿਹੜੇ ਮਲੇਰਕੋਟਲਾ ਦੇ ਨਵਾਬ ਨੇ ਹਾਂ ਦਾ ਨਾਰਾ ਮਾਰਿਆ ਸੀ ਉਹਦਾ ਵੀ ਨਾਂ ਹੈ, ਤੇ ਉੱਥੇ ਸੂਬੇ ਸਰਹੰਦ ਦਾ ਨਾਮ ਹੀ ਹੈ, ਪਰ ਨਾਂ ਲੈਣ 'ਚ ਫਰਕ ਹੈ, ਉਹਦਾ ਨਾਂ ਕਿਵੇਂ ਲਿਆ ਜਾਣਾ ਹੈ। ਤੇ ਜਿਹੜੇ ਇਹ ਲੋਕ ਹਾਂ ਦਾ ਨਾਰਾ ਮਾਰਨ ਵਾਲੇ ਸੀ ਉਹਨਾਂ ਨੂੰ ਅੱਜ ਵੀ ਪੂਜਿਆ ਜਾ ਰਿਹਾ ਹੈ। ਸੋ ਨੌਜਵਾਨੋ, ਜੇ ਕਿਤੇ ਸਾਡੇ ਕੋਲੋਂ ਕੋਈ ਕੋਤਾਹੀਆਂ ਹੋ ਰਹੀਆਂ ਨੇ, ਨਾ ਸਾਡਾ ਵੀ ਉਹ ਜਿੰਨੀ ਅਸੀਂ ਗਲਤੀ ਕਰਾਂਗੇ ਨਾ ਉਸੇ ਹਿਸਾਬ ਦੇ ਵਿੱਚ ਉਹ ਲੈਣਾ ਸਾਡੇ ਖਿਲਾਫ ਵੀ ਲਿਖੀਆਂ ਜਾਣੀਆਂ ਨੇ। ਤੇ ਜਿਹੜਾ ਨੌਜਵਾਨੋ ਤੁਸੀਂ ਕੰਮ ਕਰ ਰਹੇ ਹੋ, ਜਿਸ ਤਰ੍ਹਾਂ ਕਿ ਨਵਰੀਤ ਸਿੰਘ ਜਿਹੜਾ ਸ਼ਹੀਦ ਹੋਇਆ 26 ਜਨਵਰੀ ਨੂੰ, ਨਾ ਉਹਦਾ ਵੀ ਲਿਖਿਆ ਜਾਣਾ ਹੈ, ਅਤੇ ਨਾ ਪੁਲਿਸ ਦਾ ਵੀ ਇਨਕੁਆਰੀਆਂ ਹੋਣਗੀਆਂ, ਅਤੇ ਉਹਨਾਂ ਪੁਲਿਸ ਅਫਸਰਾਂ ਦੇ ਵੀ ਨਾਂ ਆਉਣੇ ਨੇ। ਪਰ ਅਸਲ ਕਾਤਲ ਨਵਰੀਤ ਦਾ ਅਮਿਤ ਸ਼ਾਹ ਤੇ ਮੋਦੀ ਹੈ, ਜਿਨ੍ਹਾਂ ਨੇ ਇਹ ਖੇਤੀ ਵਿਰੋਧੀ ਕਾਨੂੰਨ ਬਣਾਏ, ਜਿਨ੍ਹਾਂ ਦੀ ਸ਼ਹਿ ਤੇ ਇਹ ਸਾਰਾ ਕੁਝ ਪੁਲਿਸ ਵੱਲੋਂ ਕੀਤਾ ਗਿਆ। ਸਾਡੇ ਸਿੰਘਾਂ ਤੇ ਗੋਲੀਆਂ ਚੱਲੀਆਂ, ਸ਼ਹੀਦ ਕੀਤੇ ਗਏ, ਉਹਨਾਂ ਨੂੰ ਫੱਟੜ ਕੀਤਾ ਗਿਆ, ਉਹਨਾਂ ਦੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ। ਇਹ ਜ਼ਬਰ ਤੇ ਜ਼ੁਲਮ ਢਾਇਆ ਜਾ ਰਿਹਾ। ਸੋ ਨਾ ਉਹਨਾਂ ਦਾ ਵੀ ਲਿਖਿਆ ਜਾਣਾ ਹੈ, ਤੇ ਨਾ ਇੱਥੇ ਨਵਦੀਪ ਸਿੰਘ ਵਰਗੇ ਜਿਨ੍ਹਾਂ ਨੇ ਜਿਹੜੀਆਂ ਉਹਨਾਂ ਦੀਆਂ ਜਲ ਤੋਪਾਂ ਸਨ ਉਹਨਾਂ ਦੇ ਮੂੰਹ ਮੁੜੇ, ਨਾ ਇੱਥੇ ਨਵਦੀਪ ਸਿੰਘ ਵਰਗਿਆਂ ਦਾ ਵੀ ਲਿਖਿਆ ਜਾਣਾ। ਸੋ ਆਓ ਤਗੜੇ ਹੋ ਕੇ, ਨਵਦੀਪ ਜੀ ਤਗੜੇ ਹੋਵੋ, ਆਓ ਆਪਣੇ ਸਾਥੀਆਂ ਨੂੰ ਨਾਲ ਲਓ। ਮੈਂ ਸਮੁੱਚੇ ਤੌਰ ਤੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਵੀ ਆਓ ਭਾਈ ਤਗੜੇ ਹੋ ਕੇ ਇਸ ਸੰਘਰਸ਼ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ। ਤੇ ਤੁਹਾਡੇ ਨਾਲ ਇੱਕ ਵਾਅਦਾ ਹੈ ਵੀ ਕਿਸੇ ਕਿਸਮ ਦੀ ਕੋਈ ਤੁਹਾਨੂੰ ਕੋਈ ਮਾੜੀ ਸ਼ਬਦਾਵਲੀ ਬੋਲੇ ਤਾਂ ਬਲਦੇਵ ਸਿੰਘ ਸਰਸਾ ਤੁਹਾਡੇ ਅੱਗੇ ਹੋ ਕੇ ਖਲੋ ਕੇ ਅਸੀਂ ਹਰ ਬੰਦੇ ਨੂੰ ਜਿਹੜਾ ਉਹਦਾ ਉਸੇ ਹੀ ਢੰਗ ਨਾਲ ਜਿਹੜਾ ਉਹ ਜਵਾਬ ਦੇਵਾਂਗੇ, ਤੁਹਾਡੇ ਨਾਲ ਅੱਗੇ ਹੋ ਕੇ ਜਿਹੜਾ ਕਰਾਂਗੇ। ਪਰ 6 ਮਾਰਚ ਦੇ ਪ੍ਰੋਗਰਾਮ ਨੂੰ ਤਗੜੇ ਹੋ ਕੇ ਰੋਲ ਕਰੋ, ਅਤੇ 8 ਮਾਰਚ ਨੂੰ ਬੀਬੀਆਂ ਨੂੰ ਬੇਨਤੀ ਹੈ, ਅਪੀਲ ਹੈ ਆਪਣੀਆਂ ਬੱਚੀਆਂ ਨੂੰ, ਆਪਣੀਆਂ ਭੈਣਾਂ ਨੂੰ, ਆਪਣੀਆਂ ਧੀਆਂ ਨੂੰ ਕਿ ਵੱਧ ਤੋਂ ਵੱਧ 8 ਮਾਰਚ ਨੂੰ ਸਾਰੀਆਂ ਜਿਹੜੀਆਂ ਸਟੇਜਾਂ ਚੱਲ ਰਹੀਆਂ ਉਹਨਾਂ 'ਚ ਯੋਗਦਾਨ ਪਾਓ। ਜਿੱਥੇ ਜਿੱਥੇ ਧਰਨੇ ਚੱਲ ਰਹੇ ਨੇ ਉੱਥੇ ਉੱਥੇ ਆ ਕੇ ਆਪੋ ਆਪਣਾ ਹਿੱਸਾ ਪਾਓ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਨੂੰ ਅੱਜ ਕਾਨੂੰਨ ਦੇ ਵਿੱਚ, ਕਾਨੂੰਨ ਦੇ ਬੇਸ਼ੱਕ ਸਰਕਾਰਾਂ ਜਿਹੜੀਆਂ ਨੇ ਉਹ ਵੋਟ ਦਾ ਅਧਿਕਾਰ ਬਰਾਬਰ ਦਾ ਦੇ ਰਹੀਆਂ ਨੇ, ਪਰ ਅਜੇ ਵੀ ਜੋ ਤੁਹਾਨੂੰ ਬਰਾਬਰਤਾ ਦੇ ਅਧਿਕਾਰ ਮਿਲਣੇ ਚਾਹੀਦੇ ਨੇ ਉਹ ਨਹੀਂ ਮਿਲ ਰਿਹਾ। ਜਿਸ ਕਰਕੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਤੁਹਾਡੇ ਪਰਥਾਏ ਇਹ ਸ਼ਬਦ ਕਹੇ ਸਨ, ਸੋ ਕਿਉ ਬੰਦਾ ਆਖੀਐ ਜਿਤ ਜੰਮੇ ਰਾਜਾਨ। ਸੋ ਤੁਸੀਂ ਸੂਰਮਿਆਂ ਨੂੰ, ਭਗਤਾਂ ਨੂੰ ਤੁਸੀਂ ਜਨਮ ਦੇਣ ਵਾਲੀਆਂ, ਆਓ ਵੱਧ ਚੜ੍ਹ ਕੇ 8 ਮਾਰਚ ਨੂੰ। ਉਸ ਤੋਂ ਬਾਅਦ ਸਾਡੇ ਅਗਲੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਅਲੀਕੇ ਜਾਣੇ, ਤੇ ਮੋਦੀ ਦੇ ਨੱਕ 'ਚ ਦਮ ਕਰਨ ਲਈ, ਮੋਦੀ ਨੂੰ ਨਾਨੀ ਸੁਖਨੇ ਯਾਦ ਕਰਾਉਣ ਲਈ ਭਾਰਤ ਦੇ 5 ਸੂਬਿਆਂ 'ਚ ਜਿਵੇਂ ਕਿ ਤਾਮਿਲ ਆਦਿ 'ਚ ਇਲੈਕਸ਼ਨਾਂ ਹੋ ਰਹੀਆਂ ਨੇ, ਇਹਨਾਂ ਇਲੈਕਸ਼ਨਾਂ 'ਚ ਉਹਨੂੰ ਹਾਰ ਦਿਵਾਉਣ ਲਈ ਜਿਹੜਾ ਇੱਥੋਂ ਕਿਸਾਨੀ ਜਿਹੜੇ ਮੋਰਚੇ ਚਲਾ ਰਹੇ ਨੇ, ਕਿਸਾਨੀ ਸੰਘਰਸ਼ ਚਲਾ ਰਹੇ ਕਿਸਾਨ ਸੰਗਠਨਾਂ ਵੱਲੋਂ, ਆਗੂਆਂ ਵੱਲੋਂ ਉੱਥੇ ਵਹੀਰਾਂ ਕੱਤ ਕੇ ਜਾਇਆ ਜਾਵੇਗਾ। ਉੱਥੋਂ ਦੇ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਜਾਏਗਾ। ਵੈਸੇ ਤਾਂ ਉੱਥੋਂ ਦਾ ਕਿਸਾਨ ਪਹਿਲਾਂ ਹੀ ਬਹੁਤ ਜਾਗਰਤ ਹੈ, ਫਿਰ ਵੀ ਅਸੀਂ ਆਪਣੀ ਡਿਊਟੀ ਨਿਭਾਉਂਦੇ ਹੋਏ ਉੱਥੇ ਵੀ ਹਾਜ਼ਰੀਆਂ ਲਵਾਵਾਂਗੇ। ਸੋ ਆਓ ਸਾਰੇ ਰਲ ਕੇ ਆਪਾਂ ਇਸ ਸੰਘਰਸ਼ ਨੂੰ ਜਿੱਤਣਾ, ਤੇ ਮੋਦੀ ਦੇ ਨੱਕ ਦੇ 'ਚ ਦਮ ਕਰਨਾ, ਤੇ ਇਹਨੂੰ ਨਾਨੀ ਸੁਖਨੇ ਜਿਹੜੇ ਨੇ ਉਹ ਵਿਖਾਉਣੇ ਨੇ, ਤੇ ਅਸੀਂ ਆਪਣੇ ਇਤਿਹਾਸ ਨੂੰ ਦੁਹਰਾਉਣਾ ਹੈ, ਤੇ ਜਿੱਤ ਪ੍ਰਾਪਤ ਕਰਕੇ ਹੀ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।